ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸ ਸਟੱਡੀ ਨੋਟਸ ਦੇ ਉੱਪਰ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀਐਸ ਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਈਟੀਟੀ ਸੈਕੰਡ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਔਰ ਇਸ ਤੋਂ ਇਲਾਵਾ ਮਾਸਟਰ ਕਾਡਰ ਐਸਐਸਟੀ ਮਾਸਟਰ ਕਾਡਰ ਪੰਜਾਬੀ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ। ਸੋ ਹੁਣ ਤੱਕ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਕਾਫੀ ਹੈਲਪਫੁਲ ਵੀਡੀਓ ਨੇ ਜੇਕਰ ਤੁਸੀਂ ਇਹਨਾਂ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਜੀ। ਐਜੂਕੇਸ਼ਨਲ ਵੀਡੀਓ ਦੇ ਨਾਲ ਨਾਲ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋਬ ਦੇ ਨਾਲ ਰਿਲੇਟਡ ਹੁੰਦੀ ਹੈ। ਸੋ ਕਾਫੀ ਦੇਰ ਪਹਿਲਾਂ ਅਸੀਂ ਇੱਕ ਜਿਹੜਾ ਹੈ ਤੁਹਾਡੇ ਨਾਲ ਪੋਸਟ ਸ਼ੇਅਰ ਕੀਤੀ ਸੀ ਕਿ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੇ ਜਿਹੜੇ ਪੋਸਟਾਂ ਨੇ ਉਹ ਨਿਕਲ ਰਹੀਆਂ ਨੇ ਔਰ ਫਾਈਨਲੀ ਜੋ ਉਸ ਦਾ ਨੋਟੀਫਿਕੇਸ਼ਨ ਹੈ, ਵਿਭਾਗੀ ਨੋਟੀਫਿਕੇਸ਼ਨ ਹੈ, ਉਹ ਵੀ ਜਾਰੀ ਹੋ ਚੁੱਕਾ ਹੈ ਜੀ। ਸੋ ਕਿਸ ਤਰੀਕੇ ਦੇ ਨਾਲ ਸਿਲੈਕਸ਼ਨ ਹੋਵੇਗੀ, ਕੀ ਕੁਆਲੀਫਿਕੇਸ਼ਨ ਚਾਹੀਦੀ ਹੈ, ਕਿੰਨੀ ਫੀਸ ਹੈ, ਪੂਰੀ ਡਿਟੇਲ ਦੇ ਵਿੱਚ ਇਸ ਦੇ ਵਿੱਚ ਆਪਾਂ ਜਿਹੜਾ ਇਸ ਨੂੰ ਡਿਸਕਸ ਕਰਾਂਗੇ ਜੀ। ਸੋ ਇਹ 23/11 ਦੀ ਡੇਟ ਦੇ ਵਿੱਚ ਕੱਢਿਆ ਹੋਇਆ ਨੋਟੀਫਿਕੇਸ਼ਨ ਹੈ ਜੀ। ਸਿੱਖਿਆ ਵਿਭਾਗ ਵੱਲੋਂ DPI ਐਲੀਮੈਂਟਰੀ ਸਿੱਖਿਆ ਪੰਜਾਬ ਦੇ ਮੀਮੋ ਨੰਬਰ ਹੈ ਜੀ, ਜਿਸ ਦੇ ਅਨੁਸਾਰ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸੰਬੰਧੀ ਯੋਗ ਉਮੀਦਵਾਰ ਪਾਸੋਂ ਵਿਭਾਗ ਦੀ ਵੈਬਸਾਈਟ www.educational recruitment.com 'ਤੇ ਔਨਲਾਈਨ ਜਿਹੜੀਆਂ ਦਰਖਾਸਤਾਂ ਦੀ ਮੰਗ 1 ਦਸੰਬਰ ਤੋਂ ਅਪਲਾਈ ਹੋਵੇਗਾ ਜੀ 21 ਦਸੰਬਰ ਤੱਕ। ਔਰ ਇਹਨਾਂ ਦੀ ਜਿਹੜੀ ਅਸਾਮੀਆਂ ਦੀ ਵਨ ਡੇ ਕੈਟਾਗਰੀ ਵਾਈਜ਼ ਉਹ ਇਸ ਤਰ੍ਹਾਂ ਹੈ ਜੀ। ਜਰਨਲ ਦੇ ਲਈ 3273, ਅਨੁਸੂਚਿਤ ਜਾਤੀ M ਅਤੇ B ਦੇ ਲਈ 840 ਪੋਸਟਾਂ ਨੇ ਜੀ। ਅਨੁਸੂਚਿਤ ਜਾਤੀ R ਅਤੇ O ਦੇ ਲਈ 839 ਪੋਸਟਾਂ ਨੇ ਜੀ। ਔਰ ਅਨੁਸੂਚਿਤ ਜਾਤੀ ਸਾਬਕਾ ਫੌਜੀਆਂ ਦੇ ਲਈ ਹੈਗੀਆਂ ਨੇ ਜੀ 168 ਪੋਸਟਾਂ। ਅਨੁਸੂਚਿਤ ਜਾਤੀ ਸਾਬਕਾ ਫੌਜੀ R ਅਤੇ O ਲਈ 168 ਪੋਸਟਾਂ ਨੇ ਜੀ। ਅਨੁਸੂਚਿਤ ਜਾਤੀ ਖਿਡਾਰੀ MB ਦੇ ਲਈ 42 ਪੋਸਟਾਂ। ਅਨੁਸੂਚਿਤ ਜਾਤੀ ਖਿਡਾਰੀ R ਅਤੇ O ਦੇ ਲਈ 42 ਪੋਸਟਾਂ ਨੇ ਜੀ। ਪਛੜੀਆਂ ਸ਼੍ਰੇਣੀਆਂ ਦੇ ਲਈ ਜਿਹੜੀਆਂ 839 ਔਰ ਪਛੜੀਆਂ ਸ਼੍ਰੇਣੀ ਸਾਬਕਾ ਫੌਜੀ 168 ਪੋਸਟਾਂ। ਖਿਡਾਰੀ ਜਰਨਲ ਦੇ ਲਈ 167 ਜੀ। ਆਜ਼ਾਦੀ ਘੁਲਾਟੀਆਂ ਦੇ ਲਈ 84 ਪੋਸਟਾਂ ਔਰ ਸਾਬਕਾ ਫੌਜੀ ਜਰਨਲ ਦੇ ਲਈ ਜਿਹੜੀਆਂ 588 ਪੋਸਟਾਂ ਨੇ ਜੀ। ਇਸ ਤੋਂ ਇਲਾਵਾ ਜਿਹੜਾ ਹੈ ਵਿਜ਼ੂਅਲ ਇੰਪੇਅਰਡ ਦੇ ਲਈ 84, ਹੀਅਰਿੰਗ ਇੰਪੇਅਰਡ ਦੇ ਲਈ 84, ਆਰਥੋਪੈਡਿਕਲੀ ਡਿਸੇਬਲਡ ਦੇ ਲਈ 84 ਔਰ ਇੰਟੈਕਚੁਅਲ ਡਿਸੇਬਿਲਟੀ ਦੇ ਲਈ 84 ਪੋਸਟਾਂ ਨੇ ਜੀ। ਔਰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਜਿਹੜੀਆਂ ਨੇ 839 ਪੋਸਟਾਂ ਨੇ ਔਰ ਟੋਟਲ ਜਿਹੜੀਆਂ 8393 ਪੋਸਟਾਂ ਨੇ ਜੀ। ਅੱਗੇ ਗੱਲ ਕਰਾਂਗੇ ਜੀ ਵਿੱਦਿਅਕ ਯੋਗਤਾਵਾਂ। ਸੋ ਇਹਦੇ ਸੰਭਾਵਿਤ ਉਮੀਦਵਾਰਾਂ ਨੂੰ ਸੀਨੀਅਰ ਸੈਕੰਡਰੀ ਯਾਨੀ ਕਿ +2 12ਵੀਂ ਇੰਟਰਮੀਡੀਏਟ ਦਾ ਜਿਹੜਾ ਸਰਟੀਫਿਕੇਟ ਹੈ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 45% ਅੰਕਾਂ ਦੇ ਨਾਲ ਪਾਸ ਹੋਣਾ ਚਾਹੀਦਾ। ਸੋ +2 ਦੇ ਵਿੱਚ ਤੁਹਾਡੇ 45% ਨੰਬਰ ਹੋਣੇ ਚਾਹੀਦੇ ਨੇ ਜੀ। ਨੰਬਰ 2 'ਤੇ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿੱਚ 1 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੁਹਾਡਾ ਜਿਹੜਾ ਡਿਪਲੋਮਾ ਔਰ ਜਾਂ ਕੋਈ ਹੋਰ ਕੋਰਸ ਇਸ ਦੇ ਬਰਾਬਰ ਦਾ ਹੋਣਾ ਚਾਹੀਦਾ ਹੈ ਜੀ ਅਨੁਸਾਰ ਨੋਟੀਫਿਕੇਸ਼ਨ। ਸੰਭਾਵਿਤ ਉਮੀਦਵਾਰਾਂ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਜੋਂ ਪੰਜਾਬੀ ਨਾਲ 10ਵੀਂ ਦੀ ਪ੍ਰੀਖਿਆ ਪਾਸ ਕਰਨੀ, ਅਰਥਾਤ 10ਵੀਂ ਤੱਕ ਜਿਹੜੀ ਤੁਹਾਡੀ ਪੰਜਾਬੀ ਪਾਸ ਉਹ ਹੋਣੀ ਚਾਹੀਦੀ ਹੈ ਜੀ। ਔਰ ਚੋਣ ਦਾ ਢੰਗ ਕੀ ਹੋਏਗਾ ਜੀ। ਇਹਨਾਂ ਅਸਾਮੀਆਂ ਦੀ ਭਰਤੀ ਲਈ ਸਟੇਟ ਪੱਧਰ 'ਤੇ 100 ਅੰਕਾਂ ਦਾ ਇੱਕ ਲਿਖਤੀ ਟੈਸਟ ਓਬਜੈਕਟਿਵ ਟਾਈਪ ਲਿਆ ਜਾਵੇਗਾ ਜੋ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਦੀ ਮੈਰਿਟ, ਲਿਖਤੀ ਟੈਸਟ ਅਤੇ ਉਚੇਰੀ ਯੋਗਤਾ ਦੇ ਅੰਕ। ਸੋ ਜੇਕਰ ਤੁਹਾਡੀ ਕੁਆਲੀਫਿਕੇਸ਼ਨ ਜ਼ਿਆਦਾ ਤਾਂ ਜਿਹੜੀ ਵਧੇਰੇ ਯੋਗਤਾ ਹੈ ਤੁਹਾਡੀ ਉਸ ਦੇ ਅੰਕ ਵੀ ਦਿੱਤੇ ਜਾਣਗੇ। ਉਹ ਵੀ ਅੱਗੇ ਡਿਸਕਸ ਕਰਾਂਗੇ ਕਿੰਨੇ ਅੰਕ ਦਿੱਤੇ ਜਾਣਗੇ ਔਰ ਜਿਹੜਾ ਪੇਪਰ ਹੋਏਗਾ ਉਸ ਦੀ ਪ੍ਰੈਪਰੇਸ਼ਨ ਵੀ ਆਪਣੇ ਚੈਨਲ 'ਤੇ ਜਿਹੜੀ ਉਹ ਕਰਵਾਈ ਜਾਊਗੀ ਜੀ। ਸੋ ਉਚੇਰੀ ਯੋਗਤਾ ਦੇ ਅੰਕਾਂ ਨਾਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਜਿਹੜੇ ਸਿੱਖਿਆ ਪ੍ਰੋਵਾਈਡਰ ਨੇ, ਐਜੂਕੇਸ਼ਨ ਪ੍ਰੋਵਾਈਡਰ ਨੇ, ਐਜੂਕੇਸ਼ਨ ਵਲੰਟੀਅਰ ਨੇ, EGS ਵਲੰਟੀਅਰ ਨੇ, AIE ਵਲੰਟੀਅਰ ਨੇ, ਸਪੈਸ਼ਲ ਟ੍ਰੇਨਰ ਰਿਸੋਰਸ ਵਲੰਟੀਅਰਸ ਨੇ, ਉਹਨਾਂ ਨੂੰ ਜਿਹੜੀ ਉੱਪਰਲੀ ਸੀਮਾ ਦੇ ਵਿੱਚ ਜਿਹੜੀ ਏਜ ਦੀ ਹੈ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਬਦਲੇ 1 ਅੰਕ। ਸੋ ਉਹਨਾਂ ਨੂੰ ਤਜਰਬੇ ਦਾ 1 ਅੰਕ ਦਿੱਤਾ ਜਾਵੇਗਾ ਜੀ ਹਰੇਕ ਸਾਲ ਦਾ। ਸੋ ਜਿੰਨੇ ਉਹਨਾਂ ਦੇ ਟੈਸਟ 'ਚੋਂ ਨੰਬਰ ਆਉਣਗੇ ਸੋ ਉਸ ਦੇ ਵਿੱਚ ਜੇਕਰ ਮੰਨ ਲਓ ਉਹਨਾਂ ਦਾ 10 ਸਾਲ ਦਾ ਤਜਰਬਾ ਹੈ ਤਾਂ 10 ਨੰਬਰ ਦਿੱਤੇ ਜਾਣਗੇ। ਜੇ 5 ਸਾਲ ਦਾ ਤਾਂ 5 ਨੰਬਰ ਦਿੱਤੇ ਜਾਣਗੇ। ਸੋ ਜਿੰਨਾ ਤਜਰਬਾ ਹੈ ਜੀ ਉਨੇ ਅੰਕ ਉਸ ਨੂੰ ਦਿੱਤੇ ਜਾਣਗੇ ਜੀ। ਉਚੇਰੀ ਯੋਗਤਾ ਦੇ ਅੰਕ ਹੇਠ ਅਨੁਸਾਰ ਹੋਣਗੇ ਜੀ। ਜੇਕਰ ਤੁਹਾਡੀ BA ਜਿਹੜੀ ਹੈ ਪਹਿਲੇ ਦਰਜੇ ਵਿੱਚ ਹੈ ਤਾਂ 5 ਅੰਕ, ਦੂਜੇ ਦਰਜੇ ਦੇ ਵਿੱਚ ਹੈ ਤਾਂ ਤੁਹਾਨੂੰ 3 ਅੰਕ ਮਿਲਣਗੇ ਔਰ ਜੇਕਰ ਤੀਜੇ ਦਰਜੇ ਦੇ ਵਿੱਚ ਹੈ ਤਾਂ 2 ਅੰਕ। ਯਾਨੀ ਕਿ ਜੇ ਤੁਹਾਡੇ ਅੰਕ ਜਿਹੜੇ ਨੇ 60% ਤੋਂ ਉੱਪਰ ਨੇ ਤਾਂ 5, ਜੇ 50 ਤੋਂ 60 ਦੇ ਵਿੱਚ ਨੇ ਤਾਂ 3 ਅੰਕ ਔਰ ਜੇ 50% ਤੋਂ ਘੱਟ ਨੇ ਤਾਂ 2 ਅੰਕ ਤੁਹਾਨੂੰ ਇਸ 'ਤੇ ਮਿਲਣਗੇ ਜੀ। ਔਰ ਜੇਕਰ 1 ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਦੇ ਵਿੱਚ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਏਗੀ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ 1 ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣਗੇ ਤਾਂ ਉਮੀਦਵਾਰ ਦੇ ਪ੍ਰੋਫੈਸ਼ਨਲ ਡਿਗਰੀ ਵਿੱਚ ਜਿਹੜੇ ਵੱਧ ਪ੍ਰਤੀਸ਼ਤ ਅੰਕ ਹੋਣਗੇ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ।
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਨੋਟੀਫਿਕੇਸ਼ਨ ਨੰਬਰ ਇਸ ਦੇ ਅਨੁਸਾਰ ਰਾਜ ਦੇ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ, EGS ਵਲੰਟੀਅਰ, AI ਵਲੰਟੀਅਰ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਬਦਲੇ 1 ਸਾਲ ਦਾ 1 ਅੰਕ ਦਿੱਤਾ ਜਾਵੇਗਾ। ਦੁਬਾਰਾ ਸ਼ਾਇਦ ਜਿਹੜੀ ਆ ਰਿਪੀਟ ਹੋ ਗਈ ਹੈ ਜੀ ਗੱਲ। ਔਰ ਦੂਸਰਾ ਜਿਹੜਾ ਹੈ, ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਜਿਹੜੇ ਇਹ ਐਜੂਕੇਸ਼ਨ ਪ੍ਰੋਵਾਈਡਰ, EGS ਵਲੰਟੀਅਰ ਜਾਂ AI ਵਲੰਟੀਅਰ, ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰ ਨੂੰ ਆਪਣੀ ਸੇਵਾ ਸੰਬੰਧੀ ਤਜਰਬਾ ਜਿਹੜਾ ਉਹ ਜਿਸ ਵਿੱਚ ਸਪਸ਼ਟ ਤੌਰ 'ਤੇ ਕੁੱਲ ਤਜਰਬਾ ਦਰਸਾਇਆ ਹੋਵੇ ਜੀ, ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤੋਂ ਪ੍ਰਤੀ ਹਸਤਾਖਰ ਜਿਹੜਾ ਉਹ ਕਰਾਇਆ ਹੋਵੇਗਾ, ਉਹੀ ਮੰਨਣਯੋਗ ਹੋਵੇਗਾ। ਸੋ ਪੇ ਸਕੇਲ ਜਿਹੜਾ ਹੈ, ਨਿਯੁਕਤੀਆਂ ਅਜਿਹੇ ਤਨਖਾਹ ਸਕੇਲ ਮੈਟ੍ਰਿਕਸ ਦੇ ਹੱਕਦਾਰ ਹੋਣਗੀਆਂ ਜੋ ਇਹਨਾਂ ਅਹੁਦਿਆਂ ਲਈ ਵਿੱਤ ਵਿਭਾਗ ਦੁਆਰਾ ਅਧਿਕਾਰਤ ਹੋਣਗੇ ਜੀ। ਜੇਕਰ ਆਪਾਂ ਉਮਰ ਸੀਮਾ ਦੀ ਗੱਲ ਕਰੀਏ ਤਾਂ 18 ਤੋਂ 1/1/20 ਨੂੰ ਜਿਹੜੀ 18 ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਔਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜਾ ਹੈ, ਜਿਹੜੇ ਵਿਭਾਗ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਨੇ ਜੀ, ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ, EGS ਵਲੰਟੀਅਰ, AI ਵਲੰਟੀਅਰ ਨੇ ਜੀ, ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਦੇ ਬਦਲੇ ਛੋਟ ਦਿੱਤੀ ਜਾਏਗੀ। ਮੰਨ ਲਓ ਜਿਹੜਾ ਹੈ ਕਿਸੇ ਨੇ ਜਿਹੜੀ ਹੈ 18 ਤੋਂ 37 ਸਾਲ ਜਰਨਲ ਲਈ ਚਾਹੀਦੀ ਹੈ ਤਾਂ 37 ਸਾਲ ਜਿਹੜੀ ਹੈ ਉਮਰ ਹੋਗੀ ਜੀ। ਔਰ ਉਸ ਤੋਂ ਬਾਅਦ ਜਿਹੜਾ ਹੈ, ਮੰਨ ਲਓ ਉਸਨੇ 5 ਸਾਲ ਸੇਵਾ ਕੀਤੀ ਹੈ ਤਾਂ ਜੇਕਰ ਉਸਦੀ ਉਮਰ ਹੁਣ ਜਿਹੜੀ ਹੈ 42 ਸਾਲ ਹੋ ਚੁੱਕੀ ਹੈ ਤਾਂ ਉਹ ਵੀ ਅਪਲਾਈ ਕਰ ਸਕਦਾ। ਸੋ ਜਿੰਨੇ ਸਾਲ ਸੇਵਾ ਕੀਤੀ ਜੀ ਉਹ ਵਿੱਚ ਜੋੜ ਦਿੱਤੇ ਜਾਣਗੇ। ਔਰ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉੱਪਰਲੀ ਸੀਮਾ ਦੀ ਹੱਦ ਵਿੱਚ 5 ਸਾਲ ਦੀ ਜਿਹੜੀ ਹੈ ਛੋਟ ਦਿੱਤੀ ਜਾਊਗੀ। ਔਰ ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਸੀਮਾ ਜਿਹੜੀ ਹੈ 45 ਸਾਲ ਹੋਵੇਗੀ ਜੀ। ਪੰਜਾਬ ਰਾਜ ਦੀ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉੱਪਰਲੀ ਸੀਮਾ ਹੱਦ ਜਿਹੜੀ ਹੈ 42 ਸਾਲ ਦੀ ਤੱਕ ਜਿਹੜੀ ਛੋਟ ਹੋਊਗੀ। ਔਰ ਪੰਜਾਬ ਦੇ ਵਸਨੀਕ ਵਿਕਲਾਂਗਾਂ ਦੀ ਉਮਰ ਹੱਦ 10 ਸਾਲ ਦੀ ਛੋਟ ਹੋਊਗੀ। ਔਰ ਸਾਬਕਾ ਫੌਜੀਆਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਸੇਵਾ ਜੇਕਰ ਰੂਲਾਂ ਅਨੁਸਾਰ ਅਸਾਮੀ ਦੀ ਉਮਰ ਉੱਪਰਲੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਸਨੂੰ ਉਮਰ ਸੀਮਾ ਦੀਆਂ ਸ਼ਰਤਾਂ 'ਚ ਜਿਹੜੀ ਹੈ ਸੰਤੁਸ਼ਟਤਾ ਦੇਣੀ ਪਵੇਗੀ ਜੀ। ਫੀਸ ਦੀ ਗੱਲ ਕਰਾਂਗੇ ਜੀ, ਜਰਨਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾਂ ਲਈ 1000 ਰੁਪਏ ਜੀ, ਰਿਜ਼ਰਵ ਕੈਟਾਗਰੀ SC ਅਤੇ ST ਲਈ 500 ਲਈ, ਔਰ ਸਾਬਕਾ ਸੈਨਿਕ ਜੇਕਰ ਖੁਦ ਨੇ ਤਾਂ ਉਹਨਾਂ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਏਗੀ। ਨੀਚੇ ਜੀ, ਸਾਬਕਾ ਸੈਨਿਕ ਖੁਦ ਨੂੰ ਫੀਸ ਦੀ ਅਦਾਇਗੀ ਤੋਂ ਛੋਟ ਹੋਵੇਗੀ ਬਸ਼ਰਤੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਦੌਰਾਨ ਜਾਂ ਨਿਸ਼ਚਿਤ ਆਮ ਸ਼ਰਤਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਖੁਦ ਦੀ ਪ੍ਰਤੀ ਬੇਨਤੀ 'ਤੇ ਨੌਕਰੀ ਤੋਂ ਫਾਰਗ ਡਿਸਚਾਰਜ ਨਾ ਕੀਤਾ ਹੋਵੇ ਜੀ। ਸੋ ਇਹ ਸਾਬਕਾ ਸੈਨਿਕਾਂ ਦੇ ਨਾਲ ਰਿਲੇਟਡ ਨੇ ਜੀ। ਔਰ ਅੱਗੇ ਜਿਹੜਾ ਹੈ, ਪੰਜਾਬ ਦੇ ਵਸਨੀਕ ਵਿਕਲਾਂਗ ਉਮੀਦਵਾਰਾਂ ਵੱਲੋਂ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਵੇਗੀ ਜਿਸ ਵਰਗ ਸ਼੍ਰੇਣੀ ਨਾਲ ਉਹ ਸੰਬੰਧ ਰੱਖਦੇ ਨੇ ਜੀ। ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮਾਫੀ ਛੋਟ ਨਹੀਂ ਦਿੱਤੀ ਜਾਵੇਗੀ ਸਿਵਾਏ ਸਾਬਕਾ ਸੈਨਿਕ ਜੇਕਰ ਖੁਦ ਅਪਲਾਈ ਕਰਦੇ ਨੇ ਤਾਂ ਉਸ ਤੋਂ ਬਿਨਾਂ ਜੀ। ਔਰ ਫੀਸ ਨਾ ਭੇਜਣ ਦੀ ਹਾਲਤ ਦੇ ਵਿੱਚ ਪਾਤਰਤਾ ਰੱਦ ਸਮਝੀ ਜਾਵੇਗੀ। ਉਮੀਦਵਾਰ ਜਿਹੜਾ ਹੈ ਦਸਤਾਵੇਜ਼ਾਂ ਦੀ ਸਕਰੂਟਨੀ ਸਮੇਂ ਫੀਸ ਦੀ ਰਸੀਦ ਜਿਹੜੀ ਹੈ ਪੇਸ਼ ਕਰੇਗਾ ਜੀ। ਸੋ ਅੱਗੇ ਜਿਹੜੀਆਂ ਨੇ ਆਮ ਸ਼ਰਤਾਂ ਨੇ ਜੀ, ਇਸ ਨੂੰ ਤੁਸੀਂ ਜਿਹੜਾ ਹੈ ਖੁਦ ਪੜ੍ਹ ਸਕਦੇ ਹੋ ਜੀ। ਧਿਆਨ ਨਾਲ ਪੜ੍ਹ ਕੇ ਫਿਰ ਹੀ ਅਪਲਾਈ ਕਰਨਾ ਜੀ। ਔਰ ਨੋਟੀਫਿਕੇਸ਼ਨ ਜਿਹੜਾ ਤੁਸੀਂ ਵਿਭਾਗ ਦੀ ਸਾਈਟ ਤੋਂ ਡਾਊਨਲੋਡ ਵੀ ਕਰ ਸਕਦੇ ਹੋ ਜਾਂ ਵੀਡੀਓ ਨੂੰ ਪੌਜ਼ ਕਰਕੇ ਇਹ ਸਾਰੀਆਂ ਜਿਹੜੀਆਂ ਹੋਰ ਸ਼ਰਤਾਂ ਨੇ ਅਲੱਗ-ਅਲੱਗ ਕੈਟਾਗਰੀਜ਼ ਦੇ ਨਾਲ ਨੇ, ਰਾਖਵਾਂਕਰਨ ਦੇ ਨਾਲ ਰਿਲੇਟਡ ਨੇ, ਉਹ ਤੁਸੀਂ ਦੇਖ ਸਕਦੇ ਹੋ ਜੀ। ਸੋ ਮੈਰਿਟ ਜਿਹੜੀ ਹੈ ਪੁਰਸ਼ ਅਤੇ ਇਸਤਰੀ ਦੀ ਸਾਂਝੀ ਹੋਵੇਗੀ। ਔਰ ਵਿਗਿਆਪਨ ਦੇ ਵਿੱਚ ਕਿਸੇ ਵੀ ਕਾਰਨ ਪੋਸਟਾਂ ਘਟਾਉਣ, ਵਧਾਉਣ ਜਾਂ ਰੱਦ ਕਰਨ ਦਾ ਅਧਿਕਾਰ ਜਿਹੜਾ ਵਿਭਾਗ ਪਾਸ ਹੋਏਗਾ। ਔਰ ਔਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਲਈ ਉਮੀਦਵਾਰ ਆਪ ਜ਼ਿੰਮੇਵਾਰ ਹੋਏਗਾ। ਸੋ ਜਦੋਂ ਤੁਸੀਂ ਅਪਲਾਈ ਕਰਨਾ ਹੈ ਤਾਂ ਧਿਆਨ ਨਾਲ ਕਰਨਾ ਹੈ। ਔਰ ਔਨਲਾਈਨ ਅਪਲਾਈ ਕਰਨ ਸਮੇਂ ਉਮੀਦਵਾਰ ਨੂੰ ਸਾਈਬਰ ਕੈਫੇ ਅਟੈਂਡੈਂਟ ਦੀ ਮਦਦ ਲੈਣ ਸਮੇਂ ਆਪਣਾ ਫਾਰਮ ਆਪ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਪਲੀਕੇਸ਼ਨ ਫਾਰਮ ਵਿੱਚ ਇੱਕ ਵਾਰ ਡਾਟਾ ਭਰਨ ਤੋਂ ਬਾਅਦ ਅਪਰੂਵ ਕਰਨ ਤੋਂ ਬਾਅਦ ਉਸ ਵਿੱਚ ਕੋਈ ਤਬਦੀਲੀ ਕਰਨ ਦੀ ਆਗਿਆ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਹੋਰ ਮੌਕਾ ਦਿੱਤਾ ਜਾਵੇਗਾ। ਇਸ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਪ੍ਰਤੀਬਿੰਦੀ ਦਫ਼ਤਰ ਸਵੀਕਾਰ ਨਹੀਂ ਕਰੇਗਾ। ਸੋ ਧਿਆਨ ਨਾਲ ਭਰਨਾ ਜੀ। ਉਮੀਦਵਾਰ ਵੱਲੋਂ ਅਸਾਮੀ ਲਈ ਕੇਵਲ ਅਪਲਾਈ ਕਰਨ ਜਾਂ ਉਸ ਨੂੰ ਦਸਤਾਵੇਜ਼ ਲਈ ਸਕਰੂਟਨੀ 'ਤੇ ਬੁਲਾਏ ਜਾਣ ਨਾਲ ਹੀ ਕੋਈ ਨਿਯੁਕਤੀ ਦਾ ਅਧਿਕਾਰ ਨਹੀਂ ਹੋਵੇਗਾ। ਸੋ ਇਸ ਭਰਤੀ ਸੰਬੰਧੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਹੋਏਗਾ ਅਤੇ ਸਭ 'ਤੇ ਲਾਗੂ ਹੋਏਗਾ ਜੀ। ਉਮੀਦਵਾਰ ਵੱਲੋਂ ਆਪਣਾ ਮੋਬਾਈਲ ਨੰਬਰ, ਉਸ ਤੋਂ ਬਾਅਦ ਈਮੇਲ ਪਤਾ, ਬੈਂਕ ਖਾਤਾ ਨੰਬਰ, ਬੈਂਕ ਦਾ IFSC ਬ੍ਰਾਂਚ ਦਾ ਨਾਮ ਆਦਿ ਆਨਲਾਈਨ ਅਪਲਾਈ ਕਰਨ ਸਮੇਂ ਫਾਰਮ ਵਿੱਚ ਭਰਿਆ ਜਾਵੇਗਾ। ਪੰਜਾਬ ਦੇ ਵਸਨੀਕ ਵਿਕਲਾਂਗ ਉਮੀਦਵਾਰ ਵੱਲੋਂ ਉਪਰੋਕਤ ਅਨੁਸਾਰ ਉਹੀ ਫੀਸ ਜਮ੍ਹਾਂ ਕਰਵਾਈ ਜਾਵੇ ਜਿਸ ਵਰਗ ਸ਼੍ਰੇਣੀ ਨਾਲ ਸੰਬੰਧ ਰੱਖਦੇ ਨੇ ਜੀ, ਉਹੀ ਹੈ ਜੀ। ਫਿਰ ਅੱਗੇ ਆ ਗਿਆ ਦੁਬਾਰਾ। ਔਰ ਬਾਕੀ ਦੀਆਂ ਜਿਹੜੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਹੋਏਗੀ ਤੁਹਾਨੂੰ ਇਸ ਜਿਹੜੀ ਲੇਟੈਸਟ ਅਪਡੇਟ ਹੈ ਉਸ ਵੈਬਸਾਈਟ 'ਤੇ ਮਿਲੇਗੀ। ਸੋ ਪਬਲਿਕ ਨੋਟਸ, ਹੋਰ ਜਾਣਕਾਰੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਜਿਹੜੀ ਹੈ ਨਹੀਂ ਕਰਵਾਈ ਜਾਏਗੀ। ਜੇਕਰ ਕੋਈ ਵੀ ਨਵੀਂ ਇਨਫੋਰਮੇਸ਼ਨ ਹੁੰਦੀ ਹੈ ਜੀ
ਸੋ ਸਰਕਾਰ ਵੱਲੋਂ ਜਾਰੀ ਜਿਹੜਾ ਨੋਟੀਫਿਕੇਸ਼ਨ ਨਵੀਂ ਪੈਨਸ਼ਨ ਵਾਲਾ ਹੈ, ਕੰਟਰੀਬਿਊਸ਼ਨ ਪੈਨਸ਼ਨ ਸਕੀਮ ਉਹ ਲਾਗੂ ਹੋਵੇਗੀ ਜੀ। ਸੋ ਇਸ ਤੋਂ ਅੱਗੇ ਹੈ ਜੀ ਜ਼ਰੂਰੀ ਨੋਟ, ਉਮੀਦਵਾਰਾਂ ਦੀ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਨੇ ਜੀ। ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਵੱਖ-ਵੱਖ ਕੈਟਾਗਰੀਆਂ ਦੇ ਸਰਟੀਫਿਕੇਟ ਜਿਵੇਂ SC ST ਅੰਗਹੀਣ ਅਤੇ ਹੋਰ ਲੋੜੀਂਦੇ ਸਰਟੀਫਿਕੇਟ ਦਾ ਸਕਰੂਟਨੀ ਸਮੇਂ ਜਿਹੜਾ ਹੈ ਚੈੱਕ ਕਰਾਉਣ ਉਪਰੰਤ ਮੰਨਣਯੋਗ ਹੋਣਗੇ ਜੀ। ਉਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੀ ਪ੍ਰਤੀ ਬੇਨਤੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਅਪਲਾਈ ਕਰਨ ਦੀ ਵਿਧੀ ਕੀ ਹੈ ਜੀ? ਪ੍ਰੋਸੈਸ ਜਿਹੜਾ 1/12 ਤੋਂ ਸਟਾਰਟ ਹੋਵੇਗਾ। ਉਮੀਦਵਾਰ ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਨਿਊ ਰਜਿਸਟ੍ਰੇਸ਼ਨ ਦਾ ਲਿੰਕ ਉਸ 'ਤੇ ਕਲਿੱਕ ਕੀਤਾ ਜਾਵੇਗਾ ਔਰ ਮੰਗੀ ਗਈ ਜਾਣਕਾਰੀ ਭਰੀ ਜਾਏਗੀ। ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ ਅਪਡੇਟ ਜਾਂ ਐਡਿਟ ਨਹੀਂ ਕੀਤੀ ਜਾਵੇਗੀ। ਸੋ ਧਿਆਨ ਨਾਲ ਰਜਿਸਟ੍ਰੇਸ਼ਨ ਕਰਨੀ ਹੈ ਜੀ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਆਪਣੇ ਅਕਾਊਂਟ ਲੌਗਇਨ ਵਿੱਚ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀ ਨਾਮ ਤੇ ਲਿੰਕ ਦੇ ਉੱਤੇ ਕਲਿੱਕ ਕਰਕੇ ਫੀਸ ਆਨਲਾਈਨ ਭਰੀ ਜਾਊਗੀ ਜੀ। ਸੋ ਫੀਸ ਜਿਹੜੀ ਹੈ ਆਨਲਾਈਨ ਹੀ ਜਿਹੜੀ ਹੈ ਭਰੀ ਜਾਊਗੀ ਔਰ ਫੀਸ ਦੀ ਕਨਫਰਮੇਸ਼ਨ ਹੋਣ ਉਪਰੰਤ ਐਪਲੀਕੇਸ਼ਨ ਫਾਰਮ ਦਾ ਪ੍ਰਿੰਟ ਆਊਟ ਜ਼ਰੂਰ ਲਿਆ ਜਾਵੇ ਅਤੇ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ। ਇੱਥੇ ਵੀ ਸਪਸ਼ਟ ਕੀਤਾ ਜਾਂਦਾ ਕਿ ਐਪਲੀਕੇਸ਼ਨ ਫਾਰਮ ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਇਸ ਦਫ਼ਤਰ ਨੂੰ ਭੇਜਣ ਦੀ ਜ਼ਰੂਰਤ ਨਹੀਂ। ਸੋ ਕੁਝ ਵੀ ਆਪਾਂ ਦਫ਼ਤਰ ਨੂੰ ਭੇਜਣਾ ਜੀ ਔਰ ਕੋਈ ਵੀ ਦਸਤਾਵੇਜ਼ ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ ਜੇਕਰ ਕੋਈ ਵਿਭਾਗ ਮੰਗਦਾ ਜੀ। ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ ਆਪਾਂ ਜਿਹੜੇ ਜਿਸ ਤਰ੍ਹਾਂ ਆਪਾਂ ਅਪਲਾਈ ਕਰਨ ਲਈ ਨਾਲ ਲੈ ਕੇ ਜਾਂਦੇ ਹਾਂ ਜੀ, ਉਹ ਲੈ ਕੇ ਜਾਣੀ ਹੈ ਜੀ, ਅਪਲੋਡ ਕਰਨੀ ਹੈ ਕਿਉਂਕਿ ਜਿਹੜਾ ਫੋਟੋ ਵੀ ਸਵੈ ਤਸਦੀਕ ਯਾਨੀ ਕਿ ਆਪ ਹੀ ਉਹ ਫੋਟੋ ਨੂੰ ਜਿਹੜਾ ਹੈ ਅਟੈਸਟ ਕਰਨਾ, ਹਸਤਾਖਰ ਜਿਹੜੇ ਆ ਉਹ ਸਕੈਨ ਹੋਣਗੇ। ਉਮੀਦਵਾਰ ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ 21/12/2020 ਸ਼ਾਮ 5 ਵਜੇ ਤੱਕ ਹੋਵੇਗੀ ਜੀ। ਸੋ ਇਹ ਸੀ ਜੀ ਜ਼ਰੂਰੀ ਨੋਟੀਫਿਕੇਸ਼ਨ ਔਰ ਇਸ ਦੀ ਜੋ ਵੀ ਸਿਲੇਬਸ ਹੋਵੇਗਾ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ ਸਾਈਟ 'ਤੇ ਜਦੋਂ ਵੀ ਅਪਲੋਡ ਹੋਏਗਾ ਔਰ ਇਸ ਦੀ ਜਿਹੜੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀਆਂ ਰਹਿਣਗੀਆਂ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।